हेलो नमस्ते सत श्री अकाल आदाब मैं हाँ थोड़ी अपनी होस्ट ते दोस्त संध्या दत्ता ते अज असी अपना टीवी एशिया दा नवा प्रोग्राम माइग्रेशन सोल्यूशन लैके थोड़े सामने पेश होए हाँ ते अपना इस प्रोग्राम विच असी गल करांगे मिसिस दमन मलिक नाल जो कि एक माइग्रेशन एक्सपर्ट हैगे आ ते ओ पिछले 5 सालों तो माइग्रेशन रूल नू ਲਾਈਕ ਮਾਈਗ੍ਰੇਸ਼ਨ ਰੂਲ ਨੂੰ ਫੋਲੋ ਕਰ ਰਹੇ ਆ ਤੇ ਬੱਚਿਆਂ ਨੂੰ ਹੈਲਪ ਕਰ ਰਹੇ ਆ ਵੀਜ਼ਾਸ ਵਾਸਤੇ ਤੇ ਨਾਲੇ ਉਹ ਆਪਣੀ ਲਾਅ ਦੀ ਸਟੱਡੀਜ਼ ਵੀ ਕਰ ਰਹੇ ਆ ਤੇ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਿਹੜੇ ਬੱਚੇ ਬਾਹਰ ਮੁਲਕ ਤੋਂ ਆਉਂਦੇ ਹੈਗੇ ਆ ਪਾਕਿਸਤਾਨ ਇੰਡੀਆ ਵੀਅਤਨਾਮ ਜਾਪਾਨ ਆਪਣੀ ਪੜ੍ਹਾਈ ਕਰਨ ਵਾਸਤੇ ਦੂਜੇ ਮੁਲਕ ਤੋਂ ਉਹਨਾਂ ਨੂੰ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਅਸੀਂ ਆਪਣੇ ਇਸ ਪ੍ਰੋਗਰਾਮ ਰਾਹੀਂ ਉਹਨਾਂ ਦੇ ਸਵਾਲਾਂ ਜਿਸ ਸਵਾਲਾਂ ਦੇ ਜਵਾਬ ਉਹ ਕਾਫੀ ਦੇਰ ਤੋਂ ਲੱਭ ਰਹੇ ਹੈਗੇ ਆ ਜਾਂ ਜਿਹੜੇ ਰੂਲ ਚੇਂਜ ਹੁੰਦੇ ਆ ਮਾਈਗ੍ਰੇਸ਼ਨ ਦੇ ਟਾਈਮ ਦੇ ਨਾਲ 6 ਮਹੀਨੇ ਦੇ ਬਾਅਦ 7 ਮਹੀਨੇ ਜਾਂ ਉਹਨਾਂ ਦਾ ਕੀ ਇੰਪੈਕਟ ਪੈਂਦਾ ਹੈਗਾ ਸਟੂਡੈਂਟਸ ਦੇ ਉੱਪਰ ਉਹਦੇ ਬਾਰੇ ਅਸੀਂ ਡਿਟੇਲ ਵਿੱਚ ਗੱਲ ਕਰਾਂਗੇ ਜਿਹੜੇ ਸਾਡੇ ਗੈਸਟ ਹੈਗੇ ਆ ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦੀ ਆ ਤੇ ਮੈਂ ਉਹਨਾਂ ਦਾ ਵੈਲਕਮ ਕਰਨਾ ਚਾਹੁੰਦੀ ਆ ਥੈਂਕ ਯੂ ਮਿਸਿਸ ਦਮਨ ਮਲਿਕ ਜੀ ਸਾਡੇ ਸ਼ੋਅ ਵਿੱਚ ਆਉਣ ਵਾਸਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ थैंक यू जी ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਵਕਤ ਸਾਨੂੰ ਦਿੱਤਾ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਜਿੱਦਾਂ ਸਾਰੇ ਹਰ ਕਿਸੇ ਬੱਚੇ ਨੂੰ ਕਰੇਜ਼ ਹੁੰਦਾ ਆ ਬਾਹਰ ਜਾ ਕੇ ਪੜ੍ਹਨ ਦਾ ਉਹ ਆਪਣੀ ਸਟੱਡੀਜ਼ ਬਾਹਰ ਕਰਨਾ ਚਾਹੁੰਦੇ ਹੈਗੇ ਆ ਤੇ ਲੇਕਿਨ ਜਿਹੜੇ ਆ ਰੂਲ ਹੈਗੇ ਆ ਇਹ ਹਮੇਸ਼ਾ 6 ਜਾਂ 7 ਮਹੀਨੇ ਬਾਅਦ ਚੇਂਜ ਹੋ ਜਾਂਦੇ ਆ ਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਹੜਾ ਸਟੂਡੈਂਟ ਵੀਜ਼ਾ ਹੈਗਾ ਆ ਕਰੰਟਲੀ ਉਹਦੇ ਵਿੱਚ ਕੀ ਚੇਂਜਸ ਆਏ ਹੈਗੇ ਆ ਕਿਉਂਕਿ ਜਿਹੜੇ ਸਾਡੇ ਸਟੂਡੈਂਟ ਇੱਥੇ ਪੜ੍ਹ ਰਹੇ ਹੈਗੇ ਆ ਉਹਨਾਂ ਵਾਸਤੇ ਬਹੁਤ ਹੈਲਪ ਹੋ ਜਾਊਗੀ ਤੇ ਜਿਹੜੇ ਬੱਚੇ ਓਵਰਸੀਜ਼ ਤੋਂ ਟਰੈਵਲ ਕਰਕੇ ਇੱਥੇ ਆ ਕੇ ਆਪਣਾ ਪੜ੍ਹਨਾ ਚਾਹੁੰਦੇ ਆ ਉਹਨਾਂ ਵਾਸਤੇ ਤੁਸੀਂ ਕੀ ਗਾਈਡੈਂਸ ਦੇਣਾ ਚਾਹੁੰਦੇ ਹੋ ਕਰੰਟ ਰੂਲਾਂ ਵਾਸਤੇ ਲਾਈਕ ਕਿਹੜੇ ਰੂਲ ਹਜੇ ਚੱਲਦੇ ਪਏ ਆ ਮਾਈਗ੍ਰੇਸ਼ਨ ਦੇ ਜੋ ਉਹਨਾਂ ਨੂੰ ਹੈਲਪ ਕਰਨ ਅੱਗੇ ਵੀਜ਼ਾ ਅਪਲਾਈ ਕਰਨ ਵਾਸਤੇ ਹਾਂਜੀ ਥੈਂਕ ਯੂ ਸੋ ਮਚ ਸੰਧਿਆ ਇਟਸ ਅ ਵੰਡਰਫੁਲ ਕੁਐਸਚਨ ਰਿਲੇਟਿੰਗ ਟੂ ਦ ਟੁਡੇਜ਼ ਟਾਈਮ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਥੋੜੀ ਜਿਹੀ ਇੰਟਰੋਡਕਸ਼ਨ ਦੇਣਾ ਚਾਹਾਂਗੀ ਜੋ ਕਿ ਸਾਡੀ ਇੰਟਰਨੈਸ਼ਨਲ ਸਟੂਡੈਂਟ ਦੀ ਜੋ ਇੰਡਸਟਰੀ ਕਹਿ ਲਓ ਜਾਂ ਸਟੱਡੀ ਐਕਸਪੋਰਟ ਹੈਗਾ ਆਸਟ੍ਰੇਲੀਆ ਦਾ ਬਹੁਤ ਵੱਡੀ ਇੰਡਸਟਰੀ ਹੈਗੀ ਹੈ ਅੱਜ ਦੇ ਟਾਈਮ ਤੇ ਵੀ ਇਹ ਜਿਹੜੀ ਇੰਡਸਟਰੀ ਆ ਘੱਟੋ ਘੱਟ ਨਹੀਂ 35 ਬਿਲੀਅਨ ਵਰਥ ਹੈਗੀ ਹੈ ਜੋ ਕਿ ਤੁਸੀਂ ਇਹ ਸਮਝੋ ਕਿ ਇੱਕ ਸਟੂਡੈਂਟ ਬਾਹਰੋਂ ਆਉਂਦਾ ਹੈ ਤੇ ਉਹ ਆ ਕੇ ਇੱਥੇ ਇਨਵੈਸਟਮੈਂਟ ਕਰਦਾ ਆਪਣੀ ਸਟੱਡੀ ਤੇ ਰਹਿਣ ਸਹਿਣ ਤੇ ਆਉਣ ਜਾਣ ਤੇ ਜੋ ਵੀ ਉਹਦਾ ਰਹਿਣਾ ਸਹਿਣਾ ਹੁੰਦਾ ਆ ਤੁਸੀਂ ਸਮਝ ਸਕਦੇ ਹੋ ਕਿ ਉਹ ਕਿੰਨਾ ਇਨਵੈਸਟਮੈਂਟ ਹੈਗੀ ਹੈ ਸਾਡੀ ਇਕੋਨਮੀ ਲਈ ਸਪੈਸ਼ਲੀ ਆਸਟ੍ਰੇਲੀਅਨ ਇਕੋਨਮੀ ਲਈ ਸਾਡੇ ਕੋਲ ਇੱਥੇ 11,000 ਇੰਸਟੀਟਿਊਸ਼ਨਸ ਹੈਗੇ ਆ 22,000 ਕੋਰਸਿਸ ਜੋ ਹੈਗੇ ਆ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਫਰ ਕੀਤੇ ਜਾਂਦੇ ਆ ਜਿਹਦੇ ਵਿੱਚ ਵੈਰਾਈਟੀ ਆਫ ਕਰੀਅਰ ਕੋਰਸਿਸ ਐਂਡ ਵੈਰਾਈਟੀ ਆਫ ਨਾਨ ਕਰੀਅਰ ਕੋਰਸਿਸ ਲਾਈਕ ਇੰਗਲਿਸ਼ ਕੋਰਸਿਸ ਵੀ ਸ਼ਾਮਿਲ ਹੈਗੇ ਆ ਹਾਂਜੀ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ not only they are big chunk of economy but they are also helping with the jobs ਉਹ ਜਿਹੜੀਆਂ ਸਾਡੀਆਂ ਰੀਜਨਲ ਜੌਬਸ ਹੈਗੀਆਂ ਜਾਂ ਕੁਛ ਇੱਦਾਂ ਦੀਆਂ ਜੌਬਸ ਹੈਗੀਆਂ ਜਿਹੜੇ ਕਿ ਸਿਰਫ ਸਟੂਡੈਂਟਸ ਹੀ ਕਰਦੇ ਹੈ ਉਹਨਾਂ ਦੀ ਗਿਣਤੀ ਵੀ ਲੱਖ ਦੇ ਕਰੀਬ ਆ ਸੋ ਉਹ ਇੱਕ ਇੰਟਰਨੈਸ਼ਨਲ ਸਟੂਡੈਂਟਸ ਸਿਰਫ ਨਾ ਹੀ ਉਹ ਇੱਥੇ ਪੜ੍ਹਨ ਆਉਂਦੇ ਆ ਬਟ ਉਹ ਇੱਕ ਪੋਜ਼ਿਟਿਵਲੀ ਸਾਡੇ ਇਕੋਨਮੀ ਨੂੰ ਅਫੈਕਟ ਵੀ ਕਰਦੇ ਆ ਹਾਂਜੀ anytime there are changes in the migration policy or migration law ਕੋਈ ਵੀ ਇੰਟਰਨੈਸ਼ਨਲ ਸਟੂਡੈਂਟ ਜੋ ਫਿਊਚਰ ਸਟੂਡੈਂਟ ਬਣਨਾ ਚਾਹੁੰਦਾ ਹੈ ਜਾਂ ਸਾਡੇ ਕੋਲ ਇੱਥੇ ਔਨ ਸ਼ੋਰ ਹੈਗਾ ਆ ਉਹਨਾਂ ਤੇ ਗ੍ਰੇਟਲੀ ਇੰਪੈਕਟ ਹੁੰਦਾ ਉਹਨਾਂ ਚੇਂਜਸ ਦਾ ਸੋ ਫਿਲਹਾਲ ਜਿਹੜੀਆਂ ਚੇਂਜਸ ਆਈਆਂ ਹੈਗੀਆਂ ਉਹ ਰਿਗਾਰਡਿੰਗ ਆਈਆਂ ਕਿ ਜਦੋਂ ਇੱਕ ਸਟੂਡੈਂਟ ਜੋ ਸੋਚਦਾ ਹੈ ਕਿ ਮੈਂ ਸਟੂਡੈਂਟ ਵੀਜ਼ਾ ਲਵਾਂ ਮੈਂ ਆਪਣੀ ਆਸਟ੍ਰੇਲੀਅਨ ਸਟੱਡੀ ਦਾ ਜੋ ਡ੍ਰੀਮ ਆ ਉਹ ਸ਼ੁਰੂ ਕਰਾਂ ਜਾਂ ਉਹਨੂੰ ਕੰਟੀਨਿਊ ਕਰਾਂ ਅਸੀਂ ਉਹਨੂੰ ਜਦੋਂ ਐਡਵਾਈਸ ਕਰਦੇ ਕਿ ਤੁਹਾਡੀ ਐਪਲੀਕੇਸ਼ਨ these are the requirements application ਲਈ requirements ਜਿਹੜੀਆਂ every 6 months ਜੋ Australian immigration department ਹੈਗਾ ਉਹ ਚੇਂਜ ਕਰਦਾ ਹੈਗਾ Now ਜਿਹੜੀਆਂ ਹੁਣ ਚੇਂਜਸ ਆਈਆਂ ਹੈਗੀਆਂ 25 ਮਾਰਚ ਨੂੰ ਉਹ ਬਹੁਤ ਹੀ ਇੰਪੋਰਟੈਂਟ ਚੇਂਜਸ ਹੈਗੀਆਂ ਜਿਹਦੇ ਵਿੱਚ ਕਾਫੀ ਰਿਲੈਕਸੇਸ਼ਨਸ ਦਿੱਤੀਆਂ ਗਈਆਂ ਸਟੂਡੈਂਟਸ ਨੂੰ ਇਸ ਪਾਸਿਓਂ ਨਹੀਂ ਕਿ ਉਹ ਕਿਸ ਕੰਟਰੀ ਨੂੰ ਬਿਲੋਂਗ ਕਰਦੇ ਆ ਇਸ ਪਾਸਿਓਂ ਕਿਉਂਕਿ ਇਸ ਇੰਸਟੀਟਿਊਸ਼ਨ 'ਚ ਐਡਮਿਸ਼ਨਸ ਲੈਂਦੇ ਆ ਸੋ ਜਿਸ ਦਾ ਮਤਲਬ ਇਹ ਹੈ ਕਿ ਕੁਛ ਇੱਦਾਂ ਦੇ ਇੰਸਟੀਟਿਊਸ਼ਨਸ ਹੈਗੇ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਨੂੰ ਲੈਵਲ 1 ਦੀ ਰੇਟਿੰਗ ਦਿੱਤੀ ਗਈ ਹੈ ਇੰਟਰੋਡਕਸ਼ਨ ਲੈਵਲਸ ਤੇ 3 ਤਰ੍ਹਾਂ ਦੇ ਲੈਵਲ ਹੁੰਦੇ ਲੈਵਲ 1 ਲੈਵਲ 2 ਲੈਵਲ 3 Level 3 being the worst and level 1 being the best. Level 3 being the worst means ਕਿ ਉਹਦੇ ਵਿੱਚ ਸਾਨੂੰ ਸਟੂਡੈਂਟ ਨੂੰ ਹਾਈਐਸਟ ਲੈਵਲ ਆਫ ਐਵੀਡੈਂਸ ਸਟੱਡੀ ਜੈਨੂਇਨ ਸਟੱਡੀ ਦਾ ਦੇਣਾ ਪੈਂਦਾ
एविडेंस मनोगे तो उन्होंने ID स्टडी द एविडेंस कि वो उन्होंने कोई इनरोलमेंट है, एविडेंस ऑफ फंड्स कि उन्होंने को अपनी स्टडी ते स्टे नु सपोर्ट करने लिए फंड्स हैगे, प्लस उन्होंने को एक लेवल ऑफ इंग्लिश हैगा क्योंकि मीडियम ऑफ इंस्ट्रक्शन इन एनी इंस्टीट्यूशन ऑफ ऑस्ट्रेलिया इज इंग्लिश, तो उन्होंने एक लेवल ऑफ इंग्लिश भी होना चाहिए ताकि जो क्लासरूम च बैठन तो उन्होंने समझ आए की हो रहा। हाँ जी, वो सब चेंजेस आंदियां हैगियां आईयां हैगियां। सो कुछ इदां दी इंस्टीट्यूशनस हैगियां जिन्हां नूं लेवल 1 कीता गया ते लेवल 1 दे विच मतलब ये है कि उन्हां नूं लीस्ट एविडेंस दिखाना पएगा उस बच्चे नूं जो उन्हां च पढ़ रहा होएगा। हाँ जी, मेन चेंजेस ਜਿਹੜੀਆਂ ਆਈਆਂ ਇਹ ਹੈਗੀਆਂ। ਓਕੇ, ਤੇ ਮੈਂ ਤੁਹਾਨੂੰ ਪੁੱਛਣਾ ਚਾਹਦੀ ਹਾਂ ਜਿਹੜਾ ਰਿਸਕ ਰੇਟਿੰਗ ਦਾ ਕ੍ਰਾਈਟੇਰੀਆ ਹੈਗਾ ਆ ਇਹ ਕਿਸ ਬੇਸਿਸ ਤੇ ਸੈੱਟ ਹੁੰਦਾ ਹੈ ਕਾਲਜਸ ਦਾ ਸਟੂਡੈਂਟਸ ਵਾਸਤੇ? So there are two kinds of risk ratings. One is for the country, एक तो country to country depend करता, एक depend करता हैगा कि institution to institution। ज़्यादा ये देखते हैं कि जिन्हें यूनिवर्सिटीज़ होंदियां जो कि हायर एजुकेशन प्रोवाइड कर दियां बैचलर्स ते मास्टर्स लेवल दे प्रोग्राम्स या ग्रेजुएट सर्टिफिकेट या डिप्लोमा लेवल दे प्रोग्राम जो है गया ਜਦੋਂ ਉਹ ਬੱਚਾ ਇੱਥੇ ਪੜਨ ਆਉਂਦਾ ਆ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੂੰ ਲੀਸਟ एविडेंस दिखाना पैंदा है क्योंकि यूनिवर्सिटी ऑटोनोमस बॉडीज हैगियां वो अपनी ड्यू डिलीजेंस आप करदियां हैगियां। बट जे आपां एक जेन्युइन टेंपरेरी एंट्रेंस क्राइटेरिया दे हिसाब नाल सोचिए जो कि गवर्नमेंट ने क्लियरली स्पेसिफाई कीता उस हिसाब दे नाल कुछ रिक्वायरमेंट्स कदी वेव नहीं होंदियां ओह होनी ही चाहिदियां फॉर वीजा पर्पसेस वीजा लैण लई। हां जी, बाकी ਜਿਹੜੀ ਰਿਸਕ ਰੇਟਿੰਗ ਹੈਗੀ ਆ ਕੰਟਰੀਜ਼ ਦੀ ਡਿਸਾਈਡ ਹੁੰਦੀ ਆ ਡਿਪੈਂਡਿੰਗ ਅਪਨ ਕਿ ਜਦੋਂ ਉਥੋਂ ਇੱਕ ਬੱਚਾ ਨਿਕਲਦਾ ਹੈਗਾ ਫॉर ਐਗਜ਼ਾਮਪਲ ਵੀਅਤਨਾਮ ਤੋਂ ਕੋਈ ਸਟੂਡੈਂਟ ਵੀਜ਼ਾ ਲੈ ਕੇ ਆਂਦਾ ਆ ਉਹ ਇੱਥੇ ਆ ਕੇ ਉਹਨਾਂ ਦਾ ਗ੍ਰੈਜੂਏਸ਼ਨ ਰੇਟ ਕੀ ਹੈਗਾ, ਡਿਫਾਲਟ ਕੀ ਹੈਗਾ, ਚੇਂਜ ਆਫ ਕੋਰਸਿਸ ਕਿੰਨੇ ਫ੍ਰੀਕੁਐਂਟ ਹੁੰਦੇ ਆ ਉਸ ਕੰਟਰੀ ਤੋਂ ਤੇ ਕੀ ਉਹ ਬੱਚਾ ਆਪਣੀ ਸਟੱਡੀ ਕਰਕੇ ਵਾਪਸ ਜਾਂਦਾ, ਜੇ ਵਾਪਸ ਨਹੀਂ ਜਾਂਦਾ ਤੇ ਕਿਸੇ ਹੋਰ ਲੀਗਲ ਤਰੀਕੇ ਨਾਲ ਆਸਟ੍ਰੇਲੀਆ ਵਿੱਚ ਰਹਿੰਦਾ। ਜੇ ਕੁਛ ਵੀ ਉਸ ਪੱਖੋਂ ਵੀਜ਼ੇ ਪੱਖੋਂ ਕੋਈ ਵੀ ਅਣਗਹਿਲੀ ਹੁੰਦੀ ਹੈ ਤੇ ਜਿਹੜੀ ਉਸ ਕੰਟਰੀ ਦੀ ਰਿਸਕ ਰੇਟਿੰਗ ਆ ਉਹ ਘਟ ਜਾਂਦੀ ਹੈ। ਸਿਮਿਲਰਲੀ ਇੰਸਟੀਟਿਊਸ਼ਨਸ ਲਈ ਜਿਹੜੇ ਕਿ ਐਜੂਕੇਸ਼ਨ ਪ੍ਰੋਵਾਈਡਰਸ ਹੈਗੇ ਆ ਉਹਨਾਂ ਲਈ ਸੇਮ ਰੂਲ ਜਿਹੜਾ ਲਾਗੂ ਹੁੰਦਾ ਹੈ। ਬੇਸਿਕਲੀ ਐਵੀਡੈਂਸ ਜਿਹੜਾ ਅਸੀਂ ਲੈਵਲਸ ਆਫ ਪ੍ਰੋਵਾਈਡਰ ਨੂੰ ਦੇਖਦੇ ਹੈਗੇ ਆ ਉਹਦਾ ਮਤਲਬ ਇਹ ਹੈ ਕਿ ਨੰਬਰ ਆਫ ਰਿਫਿਊਜ਼ਲਸ ਬਾਈ total decisions for that college on the visa applications. So rate of refusals count hundi hai, जिन्हां दा least rate होएगा उन्हां दी highest level of rating होएगी, that's number 1 and so हाँ जी। ਤੇ ਜਿਹੜੀ ਆ ਰੇਟਿੰਗਸ ਹੈਗੀਆਂ ਕਾਲਜਸ ਤੇ ਯੂਨੀਵਰਸਿਟੀਜ਼ ਦੀ ਅਗਰ ਕੋਈ ਬੱਚਾ ਉਸ ਰੇਟਿੰਗ ਦੇ ਅਕੋਰਡਿੰਗ ਅਪਲਾਈ ਕਰਦਾ ਆ ਆਸਟ੍ਰੇਲੀਆ ਵਾਸਤੇ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਦੀ ਇਸ ਕੰਟਰੀ ਦੀ ਗੱਲ ਕਰਾਂਗੇ ਤੇ ਇਸ ਰੇਟਿੰਗ 'ਚ ਜਦੋਂ ਅਪਲਾਈ ਕਰਦਾ ਹੈ ਤੇ ਉਹਦੇ ਕੋਈ ਲਿਵਿੰਗ ਐਕਸਪੈਂਸਿਸ ਵਿੱਚ ਜਾਂ ਟਿਊਸ਼ਨ ਫੀਸ ਵਿੱਚ ਵੀ ਕੋਈ ਫਰਕ ਪੈਂਦਾ ਹੈਗਾ ਜਾਂ ਉਹ ਸੇਮ ਰਹਿੰਦੇ ਹੈਗੇ ਆ ਜਸਟ ਡਿਫਰੈਂਟ ਸਿਚੁਏਸ਼ਨਸ ਹੋ ਜਾਂਦੀਆਂ? ਕੀ ਹੋਇਆ ਕਿ ਲੈਵਲ 1 ਦਾ ਮਤਲਬ ਹੈਗਾ ਕਿ ਲੀਸਟ ਐਵੀਡੈਂਸ ਰਿਕੁਆਇਰਡ। ਬੇਸਿਕਲੀ ਅਸੀਂ ਵੀ ਇਨ ਅ ਗੁੱਡ ਪ੍ਰੈਕਟਿਸ ਆਪਾਂ ਇਹ ਇਨਕਰੇਜ ਨਹੀਂ ਕਰਾਂਗੇ ਕਿ ਤੁਸੀਂ ਲੈਵਲ 1 ਇੰਸਟੀਟਿਊਸ਼ਨ 'ਚ ਪੜ੍ਹਦੇ ਹੋ ਤੇ ਤੁਸੀਂ ਆਪਣੀ ਇੰਗਲਿਸ਼ ਦਾ ਐਵੀਡੈਂਸ ਨਾ ਦਿਓ ਜਾਂ ਤੁਸੀਂ ਆਪਣੇ ਫੰਡਸ ਦਾ ਐਵੀਡੈਂਸ ਨਾ ਦਿਓ ਜੇ ਤੁਸੀਂ ਆਫਸ਼ੋਰ ਅਪਲਾਈ ਕਰ ਰਹੇ ਹੋ ਬਿਕਾਜ਼ ਇਹ ਗੁੱਡ ਪ੍ਰੈਕਟਿਸ ਨਹੀਂ ਐਂਡ ਜੈਨੂਇਨ ਵੀ ਨਹੀਂ ਲੱਗਦਾ ਜਦੋਂ ਅਸੀਂ ਇੱਕ ਸਟੂਡੈਂਟ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹਾਂ। ਬੇਸਿਕਲੀ ਜ਼ਿਆਦਾ ਇਹ ਉਹਨਾਂ ਬੱਚਿਆਂ ਨੂੰ ਫਾਇਦਾ ਹੋਣਾ ਉਸ ਚੀਜ਼ ਦਾ ਜਿਹੜੇ ਕਿ ਔਨ ਸ਼ੋਰ ਹੈਗੇ ਆ, ਜਿਹੜੇ ਕਿ ਆਲਰੇਡੀ ਡਿਊ ਡਿਲੀਜੈਂਸ ਦੇ ਥਰੂ ਜਾ ਚੁੱਕੇ ਹੈ, ਵੀਜ਼ਾ ਲੈ ਕੇ ਇੱਥੇ ਆ ਚੁੱਕੇ ਹੈ। ਜੇ ਉਹ ਲੈਵਲ ਵਾਲੇ ਇੰਸਟੀਟਿਊਸ਼ਨ 'ਚ ਜਾਂਦੇ ਹੈ ਕਿਉਂਕਿ ਉਹਨਾਂ ਕੋਲ 2 ਸਾਲ ਦੀ ਪੜ੍ਹਾਈ ਆਲਰੇਡੀ ਉਹਨਾਂ ਕੋਲ ਹੈ ਤੇ ਉਹ ਉਸ ਚੀਜ਼ ਦਾ ਫਾਇਦਾ ਚੱਕ ਸਕਦੇ ਆ ਕਿਉਂਕਿ ਉਹ 2 ਸਾਲ ਦੀ ਪੜ੍ਹਾਈ ਐਜ਼ ਐਵੀਡੈਂਸ ਆਫ ਇੰਗਲਿਸ਼ ਯੂਜ਼ ਹੋਏਗੀ ਤੇ ਉਹਨਾਂ ਨੂੰ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ। ਪਰ ਆਫਸ਼ੋਰ ਅਸੀਂ ਇਹ ਆਪਾਂ ਐਜ਼ ਅ ਗੁੱਡ ਪ੍ਰੈਕਟਿਸ ਇਨਕਰੇਜ ਨਹੀਂ ਕਰਦੇ। ਹਾਂਜੀ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਜਿੱਦਾਂ ਤੁਹਾਨੂੰ ਪਤਾ ਹੈਗਾ ਕਿ ਬਾਰਡਰ ਕਲੋਜ਼ ਹੈਗਾ ਕਾਫੀ ਦੇਰ ਦਾ ਕੋਵਿਡ ਕਰਕੇ ਤੇ ਕਾਫੀ ਸਟੂਡੈਂਟਸ ਲਾਈਕ ਕੁਐਸਚਨ ਪੁੱਛਦੇ ਹੈਗੇ ਸਾਨੂੰ ਸਾਡੇ ਪ੍ਰੋਗਰਾਮ ਰਾਹੀਂ ਪਹਿਲਾਂ ਹੀ ਬਹੁਤ ਸਾਰੇ ਕੁਐਸਚਨ ਮਿਲੇ ਹੈਗੇ ਆ। ਉਹ ਜਾਣਨਾ ਚਾਹੁੰਦੇ ਆ ਕਿ ਅਸੀਂ ਅਗਰ ਇੰਡੀਆ 'ਚ ਬੈਠੇ ਆ ਕਿਸੇ ਹੋਰ ਕੰਟਰੀ 'ਚ ਬੈਠੇ ਹੈਗੇ ਆ ਤੇ ਅਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਆ ਤੇ ਕਿੰਨੇ ਕੁ ਚਾਂਸਸ ਹੈਗੇ ਆ ਕਿ ਲਾਈਕ ਮੈਨੂੰ ਪਤਾ ਹੈ ਕਿ ਇਹ ਕੁਐਸਚਨ ਇੱਦਾਂ ਦਾ ਜੋ ਕੋਈ ਵੀ ਜਵਾਬ ਨਹੀਂ ਦੇ ਸਕਦਾ ਆਸਟ੍ਰੇਲੀਆ ਵਾਸਤੇ ਤੇ ਉਹ ਪੁੱਛਣਾ ਚਾਹੁੰਦੇ ਕਿ ਅਸੀਂ ਉੱਥੇ ਬੈਠ ਕੇ ਵੀਜ਼ਾ ਲੱਗਣ ਤੋਂ ਬਾਅਦ ਆਪਣੀ ਸਟੱਡੀਜ਼ ਤਾਂ ਕਰ ਸਕਦੇ ਹਾਂ ਆਨਲਾਈਨ
ਬਟ ਸਾਨੂੰ ਕੋਈ ਕਲੀਅਰ ਪਿਕਚਰ ਨਹੀਂ ਹੈਗੀ। ਉਹਦੇ ਬਾਰੇ ਮੈਂ ਤੁਹਾਡੇ ਤੋਂ ਕੁਝ ਜਾਣਨਾ ਚਾਹੁੰਦੀ ਹਾਂ, ਤੁਸੀਂ ਕੀ ਕਹਿਣਾ ਚਾਹੋਗੇ, ਆਪਣੀ ਕੀ ਰਾਏ ਦੇਣਾ ਚਾਹੁੰਦੇ ਹੋ ਉਹਦੇ ਉੱਪਰ? ਮੈਂ ਇੱਕ ਗੱਲ ਇੱਥੇ ਐਡ ਕਰਨਾ ਚਾਹਾਂਗੀ ਪ੍ਰੀਵੀਅਸ ਕੁਐਸਚਨ ਤੇ। ਪਹਿਲਾਂ ਮੈਂ ਤੁਹਾਨੂੰ ਕਿਹਾ ਕਿ ਗੁੱਡ ਪ੍ਰੈਕਟਿਸ ਨਹੀਂ ਹੈਗੀ ਕਿ ਅਸੀਂ ਮਨਾ ਕਰੀਏ ਕਿ ਫੰਡਸ ਨਾ ਦਿਖਾਓ ਜਾਂ ਇੰਗਲਿਸ਼ ਨਹੀਂ ਹੋਣੀ ਚਾਹੀਦੀ। ਤੁਹਾਡੀ ਰਿਸਕ ਜਿਹੜੇ ਆਪਣੇ ਇੰਸਟੀਟਿਊਸ਼ਨ ਹੈਗੇ, ਯੂਨੀਵਰਸਿਟੀਜ਼ ਹੈਗੀਆਂ, ਕੁਝ ਇੱਦਾਂ ਦੇ ਕਾਲਜਿਸ ਹੈਗੇ ਆ ਜਿਹੜੇ ਕਿ ਲੈਵਲ 1 ਚਲੇ ਗਏ ਆ। ਜਿਹੜੇ ਕਾਲਜਿਸ ਹੈਗੇ, ਯੂਨੀਵਰਸਿਟੀਜ਼ ਹੈਗੇ, ਉਹਨਾਂ ਦੇ ਆਪਣੇ ਵੀ ਕੁਝ ਪ੍ਰੋਸੈਸਿਸ ਇਨ ਪਲੇਸ ਹੈਗੇ ਆ ਜਿਹੜੇ ਕਿ ਰਿਕੁਆਇਰ ਕਰਦੇ ਆ ਕਿ ਨੋ ਮੈਟਰ ਕਿ ਉਹਨਾਂ ਕੋਲ ਕਿਹੜਾ ਲੈਵਲ ਹੈਗਾ ਕਾਲਜ ਜਾਂ ਯੂਨੀਵਰਸਿਟੀ ਕੋ, ਉਹ ਉਹਨਾਂ ਨੇ ਸਟੂਡੈਂਟਸ ਕੋ ਫੰਡਸ ਜਾਂ ਇੰਗਲਿਸ਼ ਲੈਣੀ ਹੀ ਲੈਣੀ ਹੈ। ਸੋ ਉਹਨਾਂ ਦੇ ਆਪਣੇ ਇਨ ਹਾਊਸ ਪ੍ਰੋਸੀਜਰ ਹੈਗਾ ਆ ਜੋ ਜਿਸਨੂੰ ਬੱਚੇ ਨੇ ਸੈਟਿਸਫਾਈ ਕਰਨਾ ਹੀ ਕਰਨਾ ਹੈ। ਜੇ ਉਹਨਾਂ ਕੋਲ ਫਾਰਮਲ ਇੰਗਲਿਸ਼ ਨਹੀਂ ਵੀ ਹੈਗੀ ਤਾਂ ਵੀ ਕਾਲਜ ਨੇ ਉਹਨਾਂ ਕੋਲ ਇੰਗਲਿਸ਼ ਟੈਸਟ ਲੈਣਾ ਹੀ ਲੈਣਾ ਹੈ ਜਾਂ ਕੁਝ ਇੱਦਾਂ ਦਾ ਇੰਗਲਿਸ਼ ਪ੍ਰੂਫ ਲੈਣਾ ਹੀ ਲੈਣਾ ਹੈ ਤਾਂ ਕਿ ਕਾਲਜ ਨੂੰ ਕੌਨਫੀਡੈਂਸ ਹੋਏ ਕਿ ਜਦੋਂ ਅਸੀਂ ਬੱਚਾ ਪੜ੍ਹ ਰਿਹਾ ਜਾਂ ਉਹਨੂੰ ਇਨਰੋਲ ਕਰ ਰਹੇ ਹਾਂ ਤੇ ਉਹ ਬੈਕ ਨਾ ਕਰੇ ਇੰਗਲਿਸ਼ ਦੇ ਵਿੱਚ। ਸਿਮਿਲਰਲੀ ਫੰਡਸ ਇਜ਼ ਅ ਸਿਮਿਲਰ ਕੇਸ। ਕੁਝ ਯੂਨੀਵਰਸਿਟੀਜ਼ ਤੇ ਕਾਲਜਿਸ ਦੀ ਇਨ ਹਾਊਸ ਪਾਲਿਸੀ ਹੈਗੀ ਹੈ ਕਿ ਫੰਡਸ ਹੋਣੇ ਹੀ ਚਾਹੀਦੇ ਆ ਐਡਮਿਸ਼ਨ ਲੈਣ ਲੱਗਿਆ। So basically ਜਿਹੜਾ level 1 ਹੋਣਾ is a credible thing for an institution, but that does not bypass the genuine entrant criteria. There must be processes in place. To your next question, ਜਿਹੜੇ ਕਿ borders closed ਹੈਗੇ ਆ, I must say ਕਿ COVID ਦੇ ਕਾਰਨ every day, every week there is a different situation. We are facing different circumstances. ਤੁਸੀਂ ਸੁਣਿਆ ਹੀ ਹੋਣਾ lately Brisbane is in lockdown for 3 days because of community transmission of COVID. So there is no definite date or a time when Australian government is going to think of opening the borders. Partly ਕਿਉਂਕਿ ਸਾਡੇ 40,000 ਤੋਂ ਜ਼ਿਆਦਾ ਆਸਟ੍ਰੇਲੀਅਨ ਹੈਗੇ ਆ ਜੋ ਕਿ ਓਵਰਸੀਜ਼ ਸਟਕ ਹੈਗੇ ਆ। ਉਹਨਾਂ ਵਿੱਚੋਂ ਕੁਝ ਏਦਾਂ ਦੇ ਵੀ ਹੈ ਜਿਹੜੇ ਕਿ ਉਹ ਆਉਣਾ ਚਾਹੁੰਦੇ ਆ ਲੇਕਿਨ ਸਾਡੇ ਕੋਲ ਇਨਫ ਇੱਥੇ ਆਸਟ੍ਰੇਲੀਆ ਦੇ ਵਿੱਚ ਕੁਆਰੰਟੀਨ ਕਰਨ ਦੀ ਜਾਂ ਕਹਿ ਲਓ ਕਿ ਗਵਰਨਮੈਂਟ ਵੱਲੋਂ ਦਿੱਤੇ ਹੋਏ ਉਹ ਜਗ੍ਹਾ ਨਹੀਂ ਹੈਗੇ ਜਿੱਥੇ ਕਿ ਕੁਆਰੰਟੀਨ ਹੋ ਸਕੇ। ਸੋ ਉਹ 1 by 1 ਜਾਂ ਇਨ ਬੈਚਸ ਹੀ ਜਾਂਦਾ ਪਿਆ ਹੈ ਕਿ ਜਦੋਂ ਉਹ ਆਉਣ। ਸੋ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਉਹ ਹਜੇ ਟਰੈਵਲ ਲਈ ਪ੍ਰਾਇੋਰਿਟੀ ਨਹੀਂ ਹੈਗੀ ਉਹਨਾਂ ਗਵਰਨਮੈਂਟ ਲਈ ਤੇ ਇਸ ਕਰਕੇ ਪਹਿਲਾਂ ਆਸਟ੍ਰੇਲੀਅਨ ਸਿਟੀਜ਼ਨਸ ਜਾਂ ਰੈਜ਼ੀਡੈਂਟਸ ਨੂੰ ਵਾਪਸ ਲਿਆਉਣਾ ਚਾਹੁੰਦੇ ਜੋ ਕਿ ਓਵਰਸੀਜ਼ ਰੁਕੇ ਹੋਏ ਹੈ। ਬਟ ਹੈਵਿੰਗ ਸੈਡ ਦਿਸ the grant of student visas have been recommenced by the government. ਉਹਨਾਂ ਕੋ ਜਦੋਂ ਆਪਾਂ ਐਪਲੀਕੇਸ਼ਨ ਲਾਉਂਦੇ ਆ ਐਪਲੀਕੇਸ਼ਨ ਲਾਉਣ ਤੇ ਕੋਈ ਪਾਬੰਦੀ ਨਹੀਂ ਹੈਗੀ ਗ੍ਰਾਂਟ ਹੁੰਦੇ ਆ ਲੇਕਿਨ ਉਹ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਟਰੈਵਲ ਕਦੋਂ ਉਹ ਹੋਏਗਾ। ਸੋ ਵੀਜ਼ਾ ਹੈ ਬਾਰਡਰ ਖੁੱਲਣ ਦੀ ਵੇਟ ਕਰਦੇ ਆ ਬੱਚੇ ਤੇ ਉਦੋਂ ਟਰੈਵਲ ਹੋਏਗਾ। ਸੋ ਬੇਸਿਕਲੀ ਇਹ ਅਜੇ ਤੱਕ ਚੱਲ ਰਿਹਾ ਹੈ। ਲਾਸਟ ਟਾਈਮ ਮਿਨਿਸਟਰ ਸਕਾਟ ਮੋਰਿਸਨ ਨੇ ਕਿਹਾ ਸੀਗਾ ਕਿ ਹੋ ਸਕਦਾ ਜੂਨ ਜੁਲਾਈ ਵਿੱਚ ਕੁਝ ਸਿਚੁਏਸ਼ਨ ਬੈਟਰ ਹੋਏ ਤਾਂ ਉਹ ਇਹਨੂੰ ਰਿਵਿਊ ਕਰਨਗੇ। ਰਿਵਿਊ ਹੋਏਗਾ। ਓਪਨਿੰਗ ਦੀ ਡੇਟ ਅਜੇ ਵੀ ਨਹੀਂ ਦਿੱਤੀ ਉਹਨਾਂ ਨੇ। ਹਾਂਜੀ ਚਲੋ ਹੋਪ ਫॉर द ਬੈਸਟ। ਹਾਂਜੀ ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਤੁਹਾਡੀ ਜਿਹੜੀ ਕੰਪਨੀ ਹੈਗੀ ਜਿਹਦੇ ਤੁਸੀਂ ਡਾਇਰੈਕਟਰ ਹੋ ਵਨ ਵਰਲਡ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ, ਤੁਸੀਂ ਜਿਹੜੇ ਸਟੂਡੈਂਟਸ ਇੱਥੇ ਆਲਰੇਡੀ ਪੜ੍ਹ ਰਹੇ ਹੈਗੇ ਬ੍ਰਿਸਬਨ 'ਚ ਉਹਨਾਂ ਨੂੰ ਕਿੱਦਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹੋ ਤੇ ਹਾਂਜੀ ਮਤਲਬ ਤੁਸੀਂ ਉਹਨਾਂ ਨੂੰ ਕਿੱਦਾਂ ਗਾਈਡ ਕਰਦੇ ਹੋ ਕਰੰਟ ਸਿਚੁਏਸ਼ਨ ਬਾਰੇ ਕਿ ਉਹ ਆਪਣਾ ਪੜ੍ਹਾਈ ਕਰਕੇ ਕਿੱਦਾਂ ਰੈਜ਼ੀਡੈਂਸੀ ਵੱਲ ਜਾ ਸਕਦੇ ਆ, ਤੁਹਾਡੀ ਕੀ ਮਦਦ ਹੁੰਦੀ ਆ ਆਪਣੇ ਜਿਹੜੇ ਬੱਚੇ ਹੈਗੇ ਉਹਨਾਂ ਵਾਸਤੇ ਜਾਂ ਆਪਣੇ ਕਲਾਇੰਟ ਵਾਸਤੇ? So at One World Migration and Education, we try to provide a variety of visa services to our clients. Okay. So student visa ek hega, student visa then again ਜਦੋਂ ਬੱਚੇ 2 ਸਾਲ ਦੀ ਪੜ੍ਹਾਈ ਫਿਨਿਸ਼ ਕਰਦੇ ਆ ਜਿਹੜੇ ਐਲੀਜੀਬਲ ਹੁੰਦੇ ਆ ਉਹ ਅੱਗੇ ਆਪਣੀ ਟੈਂਪਰੇਰੀ ਰੈਜ਼ੀਡੈਂਸੀ ਵੱਲ ਜਾਂਦੇ ਆ ਜਿਹਨੂੰ ਅਸੀਂ 485 ਵੀਜ਼ਾ ਕਹਿੰਦੇ ਆ। ਅਸੀਂ ਉਹਨਾਂ ਨੂੰ ਉਹਦੇ ਵਿੱਚ ਵੀ ਅਸਿਸਟ ਕਰੀਦਾ। ਉਸ ਤੋਂ ਬਾਅਦ ਜਿਹੜੇ ਐਲੀਜੀਬਲ ਹੁੰਦੇ ਆ ਉਹ 491 ਜਾਂ ਹੋਰ PR ਕਿਸਮ ਦੇ ਜੋ ਵੀਜ਼ੇ ਹੈਗੇ ਆ ਕੋਸ਼ਿਸ਼ ਕਰਦੇ ਆ। we try to walk them through the process. ਅਸੀਂ ਕੁਝ ਆਪਣੇ ਕਲਾਇੰਟਸ ਨੂੰ ਪਾਰਟਨਰ ਵੀਜ਼ਾ ਵਿੱਚ ਵੀ ਹੈਲਪ ਕਰੀਦੀ ਹੈ। Anybody who marries Australian citizen or resident, they become eligible to apply for a Australian partner visa. So ਇੱਕ ਉਹ ਵੀ ਸਾਡਾ ਸਪੈਸ਼ਲਿਟੀ ਹੈਗੀ ਹੈ ਕਿ ਅਸੀਂ ਉਹਦੇ ਵਿੱਚ ਵੀ ਕੰਮ ਕਰਦੇ ਹਾਂ। ਹਾਂਜੀ
ਹਾਂਜੀ, ਥੈਂਕ ਯੂ ਸੋ ਮਚ ਸਾਡੇ ਨਾਲ ਗੱਲ ਕਰਨ ਵਾਸਤੇ ਤੇ ਆਪਣਾ ਟਾਈਮ ਦੇਣ ਵਾਸਤੇ। ਬੇਸਿਕਲੀ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚੇ ਬਾਹਰੋਂ ਆਉਣਾ ਚਾਹੁੰਦੇ ਆ ਆਸਟ੍ਰੇਲੀਆ ਪੜ੍ਹਨ ਵਾਸਤੇ, ਉਹਨਾਂ ਵਾਸਤੇ ਜਿਹੜੇ ਕੈਟੇਗਰੀਜ਼ ਬਣੀਆਂ ਹੋਈਆਂ ਆ, ਲੈਵਲਸ ਬਣੇ ਹੋਏ ਆ ਕਾਲਜਸ ਦੇ, ਅਗਰ ਉਹ ਆਇਲਸ ਨਹੀਂ ਮੰਗਦੇ ਹੈਗੇ ਜਾਂ ਉਹਨਾਂ ਦੀ ਕੋਈ ਵੀ ਇੰਗਲਿਸ਼ ਐਲੀਜੀਬਿਲਿਟੀ ਨਹੀਂ ਹੈਗੀ, ਤੇ ਸਟਿਲ ਉਹ ਆਪਣੀ ਇੰਗਲਿਸ਼ ਦਾ ਜਿਹੜਾ ਬੇਸਿਕ ਕੋਰਸ ਹੈਗਾ ਉਹ ਕਰਕੇ ਆਉਣ, ਤਾਂ ਕਿ ਉਹਨਾਂ ਵਾਸਤੇ ਅੱਗੇ ਵਧੀਆ ਰਵੇ ਆਪਣੀ ਸਟੱਡੀਜ਼ ਨੂੰ ਕਰਨਾ ਜਾਂ ਉਹਨਾਂ ਦਾ ਬੇਸਿਕਸ। ਐਡੀਸ਼ਨ ਤਾਂ ਮੈਂ ਕਹਿਣਾ ਚਾਹਾਂਗੀ ਕਿ ਕਿਉਂਕਿ ਅਸੀਂ ਮੈਂ ਇਹ ਨਹੀਂ ਕਹਾਂਗੀ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ ਆਪਣੇ ਕੰਟਰੀਜ਼ ਚੋਂ, ਇੰਡੀਆ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ, ਭੂਟਾਨ, ਵਿਅਤਨਾਮ, ਫਿਲੀਪੀਨਸ, ਮੈਂ ਨਹੀਂ ਕਹਾਂਗੀ, ਬਟ ਕੋਈ ਚੈਕਸ ਐਂਡ ਬੈਲੈਂਸਿਸ ਹੋਣੇ ਹੈਗੇ ਜੋ ਹੈਗੇ ਆ ਸਾਡੇ ਕੋਲ। ਅਸੀਂ ਕੀ ਐਕਸਪੈਕਟ ਕਰਾਂਗੇ ਕਿ ਅਸੀਂ ਇੰਡੀਆ ਤੋਂ ਫੋਰ ਐਗਜ਼ਾਮਪਲ ਜੇ ਆਪਾਂ ਕੋਈ ਸਟੂਡੈਂਟ ਵੀਜ਼ਾ ਲਾਉਣਾ ਚਾਹੁੰਦਾ ਹੈ, ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦਾ ਆ, ਤੇ ਉਹਦੇ ਕੋਲ ਕੋਈ ਇੰਗਲਿਸ਼ ਦਾ ਪ੍ਰੂਫ ਨਾ ਹੋਏ, ਕਿਉਂਕਿ ਯੂਨੀਵਰਸਿਟੀਜ਼ ਜਿਹੜੀਆਂ ਆ ਉਹਨਾਂ ਨੇ ਦੇਖਣਾ ਹੈ ਕਿ ਹਾਂ ਜੇ ਬੱਚਾ ਬੈਚਲਰਸ ਕਰਨ ਆ ਰਿਹਾ ਹੈ ਤੇ ਬੱਚੇ ਕੋਲ ਇੰਗਲਿਸ਼ ਹੋਣੀ ਚਾਹੀਦੀ ਹੈ। ਸਿਮਿਲਰਲੀ ਕਾਲਜਸ ਨੇ ਵੀ ਦੇਖਣਾ ਹੈਗਾ, ਬਟ ਇਟ ਇਜ਼ ਜਸਟ ਅ ਮੈਟਰ ਕਿ ਜਦੋਂ ਤੁਸੀਂ ਲੈਵਲ 1 ਤੇ ਹੈਗੇ ਆ, you're going to a good institution basically, जो कि ਜਿਹਦੀ ਕਿ in-house procedures and systems in place are very good, so that immigration department have trusted them well to actually continue their good work. So we are not going to, ਇਦਾਂ ਨਹੀਂ ਹੈਗਾ ਕਿ ਕੋਈ ਇੰਡੀਆ ਤੋਂ ਆਉਂਦਾ ਹੈ ਤੇ ਉਹਨੂੰ ਆਫਸ਼ੋਰ ਵੀਜ਼ਾ ਲਾਉਂਦਾ ਹੈ ਤੇ ਉਹਨੂੰ ਇੰਗਲਿਸ਼ ਦਿਖਾਉਣ ਦੀ ਲੋੜ ਹੀ ਨਹੀਂ ਹੈ। ਲੋੜ ਨਹੀਂ ਹੈਗੀ। ਹਾਂਜੀ ਹਾਂਜੀ, ਇੰਗਲਿਸ਼ ਜ਼ਰੂਰ ਦਿਖਾਣੀ ਪਏਗੀ ਕਿਉਂਕਿ ਕਾਲਜ ਨੇ ਇਨ ਹਾਊਸ ਪ੍ਰੋਸੀਜਰ ਹੈਗਾ ਜਿਹਦੇ ਥਰੂ ਉਹਨਾਂ ਨੂੰ ਇੰਗਲਿਸ਼ ਚਾਹੀਦੀ ਹੈਗੀ ਹੈ। ਹਾਂਜੀ, ਯੂ ਆਰ ਰਾਈਟ। ਬਟ ਇਹ ਜ਼ਿਆਦਾ ਜਿਹੜੀ ਆ ਰਿਸਕ ਰੇਟਿੰਗ ਚੇਂਜ ਹੋਈ ਹੈ ਜਾਂ ਐਵੀਡੈਂਸ ਲੈਵਲ ਚੇਂਜ ਹੋਇਆ ਕਾਲਜਸ ਦਾ, ਪ੍ਰੋਵਾਈਡਰਸ ਦਾ, ਉਹਦਾ ਜ਼ਿਆਦਾ ਫਾਇਦਾ ਸਾਡੇ ਔਨ ਸ਼ੋਰ ਸਟੂਡੈਂਟਸ ਨੂੰ ਹੈਗਾ ਜੋ ਕਿ ਆਲਰੇਡੀ ਡਿਊ ਡਿਲੀਜੈਂਸ ਕਰਕੇ ਆ ਚੁੱਕੇ ਹੈ, ਇੱਕ ਟਾਈਮ ਆਪਣੀ ਇੰਗਲਿਸ਼ ਦਾ ਜੋ ਵੀ ਪ੍ਰੂਫ ਹੈਗਾ ਇਮੀਗ੍ਰੇਸ਼ਨ ਨੂੰ ਦੇ ਚੁੱਕੇ ਹੈ। ਹਾਂਜੀ, ਉਹ ਜਦੋਂ ਉਹ 2 ਸਾਲ ਦੀ ਸਟੱਡੀ ਕਰ ਲੈਂਦੇ ਹੈ, ਇਹ ਐਕਸਪੈਕਟਡ ਹੈਗਾ ਕਿ ਉਹਨਾਂ ਦਾ ਇੰਗਲਿਸ਼ ਲੈਵਲ 2 ਸਾਲ ਦੀ ਸਟੱਡੀ ਤੋਂ ਬਾਅਦ ਜੇ ਵਧਿਆ ਨਹੀਂ ਹੋਏਗਾ ਤੇ ਉੱਥੇ ਹੋਏਗਾ ਜਿੱਥੇ 2 ਸਾਲ ਪਹਿਲਾਂ ਸੀ, ਬਿਕਾਜ਼ ਦੇ ਬੀਨ ਸਟੱਡੀing ਇੰਗਲਿਸ਼ college, they've been studying in English speaking country, they live in an English speaking environment, and it's especially it's a matter that कि जो level 1 वाले college जा रहे हैं या उच्च admission ले रहे हैं, it is just a plus point to their visa because immigration has given a low risk rating to the college. Yeah, you're right. So you mean to say ਕਿ ਜਿਹੜਾ ਵੀ ਬੱਚਾ ਉੱਥੋਂ ਆਉਣਾ ਚਾਹੁੰਦਾ ਹੈ ਉਹ ਆਪਣਾ ਇੰਗਲਿਸ਼ ਦਾ ਜਿਹੜਾ ਐਗਜ਼ਾਮ ਹੈਗਾ, ਮੇਬੀ ਉਹ ਆਇਲਸ ਹੋਵੇ, ਪੀਟੀ ਹੋਵੇ, ਉਹ ਜ਼ਰੂਰ ਕਰਕੇ ਆਵੇ। ਉਹ ਇਹ ਨਾ ਸੋਚੇ ਕਿ ਅਗਰ ਮੈਂ ਉਸ ਲੈਵਲ ਦੇ ਅੰਡਰ ਜਾਂਦਾ ਹੈਗਾ ਤੇ ਮੈਨੂੰ ਲੋੜ ਨਹੀਂ ਪੈਣੀ ਇੰਗਲਿਸ਼ ਦੀ, ਰਾਈਟ? ਹਾਂਜੀ, ਪਰ ਉਹਨਾਂ ਦੇ ਵੀਜ਼ੇ ਲਈ ਇੱਕ ਬਹੁਤ ਵੱਡਾ ਪਲੱਸ ਪੁਆਇੰਟ ਹੈਗਾ, ਕਿਉਂਕਿ ਜੇ ਕਾਲਜ ਲੋ ਰਿਸਕ ਹੈਗਾ, ਉਹਨਾਂ ਦੀ ਐਵੀਡੈਂਸ ਲੈਵਲ ਜਿਹੜੀ ਹੈ ਲੈਵਲ 1 ਹੈ, ਤਾਂ ਇਟਸ ਅ ਪਲੱਸ ਪੁਆਇੰਟ ਟੂ देयर ਵੀਜ਼ਾ। ਓਕੇ, ਥੈਂਕ ਯੂ ਜੀ ਸੋ ਮਚ ਸਾਡੇ ਪ੍ਰੋਗਰਾਮ ਵਿੱਚ ਆਉਣ ਵਾਸਤੇ ਤੇ ਸਾਡੇ ਸਵਾਲਾਂ ਦਾ ਜਵਾਬ ਦੇਣ ਵਾਸਤੇ। ਮੈਂ ਤੁਹਾਡਾ ਬਹੁਤ ਤੁਹਾਡੇ ਨਾਲ ਗੱਲ ਕਰਨ ਲਈ, and I wish all the luck to the team of TV Asia for the future programs. Thank you so much ਜੀ ਦਮਨ ਜੀ, ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਜਿੱਦਾਂ ਹੁਣ ਅਸੀਂ ਗੱਲ ਕੀਤੀ ਮਾਈਗ੍ਰੇਸ਼ਨ ਸੋਲਿਊਸ਼ਨ ਪ੍ਰੋਗਰਾਮ ਵਿੱਚ ਮਿਸਿਸ ਦਮਨ ਮਲਿਕ ਜੀ ਨਾਲ, ਤੇ ਅਗਰ ਸਾਡੇ ਸਰੋਤਿਆਂ ਦੇ ਹੋਰ ਸਵਾਲ ਹੈਗੇ ਆ ਕੋਈ ਵੀ ਮਾਈਗ੍ਰੇਸ਼ਨ ਨੂੰ ਲੈ ਕੇ, ਸਟੂਡੈਂਟ ਵੀਜ਼ਾ ਨੂੰ ਲੈ ਕੇ, ਜਾਂ ਉਹ ਕੋਈ ਕੋਰਸ ਬਾਰੇ ਜਾਣਨਾ ਚਾਹੁੰਦੇ ਆ, ਤੇ ਉਹ ਆਪਣੇ ਸਾਰੇ ਜਿਹੜੇ ਕੁਐਸਚਨਸ ਹੈਗੇ ਆ, ਸਵਾਲ ਹੈਗੇ ਆ, ਉਹ ਸਾਨੂੰ ਮੈਸੇਜ ਕਰ ਸਕਦੇ ਆ ਜਾਂ ਸਾਨੂੰ ਲਾਈਕ WhatsApp ਕਰ ਸਕਦੇ ਆ। ਜਿਹੜਾ ਸਾਡਾ ਨੰਬਰ ਹੈਗਾ ਆ ਉਹ 0481012345 ਹੈਗਾ ਆ, ਤੇ ਤੁਸੀਂ ਉਸ ਨੰਬਰ ਤੇ ਆਪਣੀ ਮੈਸੇजेस ਤੇ ਸਵਾਲ ਸਾਨੂੰ ਭੇਜ ਸਕਦੇ ਹੋ। ਤੇ ਮੈਂ ਹੋਪ ਕਰਦੀ ਹਾਂ ਤੁਹਾਨੂੰ ਸਾਡਾ ਆ ਪ੍ਰੋਗਰਾਮ ਜੋ ਕਿ ਪਹਿਲਾ ਪ੍ਰੋਗਰਾਮ ਹੈ ਸਾਡਾ TV ਏਸ਼ੀਆ ਦਾ ਮਾਈਗ੍ਰੇਸ਼ਨ ਸੋਲਿਊਸ਼ਨ ਬਹੁਤ ਵਧੀਆ ਲੱਗਿਆ ਹੋਊਗਾ। ਤੇ ਅਗਰ ਤੁਹਾਡੇ ਦਿਮਾਗ 'ਚ ਕੁਝ ਵੀ ਇੱਦਾਂ ਦੀ ਡਾਊਟਸ ਹੈਗੀਆਂ, ਤੁਸੀਂ ਆਪਣੇ ਬੱਚੇ ਭੇਜਣੇ ਹੈਗੇ ਆ ਬਾਹਰ ਦੇ ਮੁਲਕ ਨੂੰ, ਸਪੈਸ਼ਲੀ ਵੀ ਆਰ ਟਾਕਿੰਗ ਅਬਾਊਟ ਆਸਟ੍ਰੇਲੀਆ ਹੇਅਰ, then you can send us your queries and question, and ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜਵਾਬ ਦੇਣ ਵਾਸਤੇ। ਐਂਡ ਥੈਂਕ ਯੂ ਸੋ ਮਚ ਸਾਡੇ ਸਾਰੇ ਦਰਸ਼ਕਾਂ ਨੂੰ ਜਿਹੜੇ ਸਾਡੇ ਚੈਨਲ ਦੁਆਰਾ ਸਾਡੇ ਨਾਲ ਜੁੜੇ ਹੋਏ ਆ, ਤੇ ਮੈਂ ਸਭ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ ਜੀ, ਨਮਸਤੇ, ਆਦਾਬ, ਥੈਂਕ ਯੂ ਜੀ।